ਅਰਨਵ ਦੇ ਦੋ ਅੱਗੇ ਅਰਨਵ, ਅਰਨਵ ਦੇ ਦੋ ਪਿੱਛੇ ਅਰਨਵ, ਅਰਨਵ ਦੇ ਦੋ ਖੱਬੇ ਅਰਨਵ, ਅਰਨਵ ਦੇ ਦੋ ਸੱਜੇ ਅਰਨਵ। ਬੋਲੋ ਕਿੰਨੇ ਅਰਨਵ? ਪੁੱਛਦਾ ਹੈ ਭਾਰਤ। TRP ਦਾ ਖੇਲ ਜਦੋਂ ਇਹ ਸ਼ੁਰੂ ਹੋਇਆ ਤਾਂ ਅਰਨਵ ਇਕੱਲਾ ਹੀ ਸੀ। ਬਾਅਦ 'ਚ ਆ ਜਾਂਦੇ ਨੇ ਬਾਰਕ ਦੇ ਸਾਬਕਾ CEO ਪਾਰਥਵ ਦਾਸ ਗੁਪਤਾ। ਫਿਰ ਸ਼ੁਰੂ ਹੁੰਦਾ ਹੈ TRP ਦਾ ਸਭ ਤੋਂ ਵੱਡਾ ਖੇਲ, ਜਿਸ ਖੇਡ ਦਾ ਸਭ ਤੋਂ ਮੁੱਖ ਖਿਡਾਰੀ ਸੀ ਅਰਨਵ ਗੋਸਵਾਮੀ ਅਤੇ ਪਾਰਥਵ ਦਾਸ ਗੁਪਤਾ। TRP ਤੋਂ ਲੈ ਕੇ ਬਾਲਾਕੋਟ ਸਟ੍ਰਾਈਕ ਤੱਕ ਇਹਨਾਂ ਦੋਨਾਂ ਵਿਚਕਾਰ ਬਹੁਤ ਸਾਰੀ ਚੈਟ ਹੋਈ। ਮੁੰਬਈ ਪੁਲਿਸ ਵੱਲੋਂ ਜਾਰੀ ਕੀਤੀ ਗਈ ਚਾਰਜ ਸ਼ੀਟ ਉਹ ਸਭ ਬਿਆਨ ਕਰ ਰਹੀ ਹੈ, ਜਿਸ ਵਿੱਚ 3000 ਦੇ ਕਰੀਬ ਪੰਨਿਆਂ ਦੀ WhatsApp ਚੈਟ ਵੀ ਸ਼ਾਮਿਲ ਹੈ। ਕਿਸ ਤਰ੍ਹਾਂ ਇੱਕ ਪੱਤਰਕਾਰ ਕੋਲ ਅਜਿਹੀਆਂ ਜਾਣਕਾਰੀਆਂ ਆ ਜਾਂਦੀਆਂ ਨੇ। ਅਰਨਵ ਗੋਸਵਾਮੀ ਦਾ ਬਿਆਨ ਆਉਂਦਾ ਹੈ ਕਿ ਬਾਲਾਕੋਟ 에ਅਰ ਸਟ੍ਰਾਈਕ ਦੀ ਜਾਣਕਾਰੀਆਂ ਉਦੋਂ ਆਮ ਗੱਲ ਸੀ, ਪਰ ਤੁਹਾਨੂੰ PMO ਦੀਆਂ ਸਾਰੀਆਂ ਜਾਣਕਾਰੀਆਂ ਕਿੱਦਾਂ ਨੇ ਅਰਨਵ ਜੀ? ਇਹ ਦੇਸ਼ ਜਾਣਨਾ ਚਾਹੁੰਦਾ ਹੈ। ਅਰਨਵ ਗੋਸਵਾਮੀ ਪਾਰਥਵ ਦਾਸ ਗੁਪਤਾ ਨੂੰ ਕਹਿ ਰਹੇ ਸੀ ਕਿ ਮੈਂ ਤੁਹਾਡਾ PMO 'ਚ ਜੁਗਾੜ ਕਰਵਾ ਦੂੰਗਾ, ਅਤੇ ਪਾਰਥਵ ਦਾਸ ਗੁਪਤਾ ਕਹਿ ਰਿਹਾ ਸੀ ਕਿ ਮੈਂ ਬਾਰਕ ਤੋਂ ਥੱਕ ਚੁੱਕਿਆ ਹਾਂ, ਤੁਸੀਂ ਗੱਲ ਕਰੋ। ਅਸੀਂ ਸਭ ਨੂੰ ਸਲਾਹ ਦਿੰਦੇ ਹਾਂ ਕਿ TV ਦੇਖਣਾ ਬੰਦ ਕਰ ਦੇਵੋ, ਕਿਉਂਕਿ TV ਚੈਨਲ ਬਸ ਇੱਕ ਵਿਗਿਆਪਨਾਂ ਦਾ ਅੱਡਾ ਬਣ ਕੇ ਰਹਿ ਗਏ ਨੇ, ਅਤੇ ਜੋ ਵੀ TV ਐਂਕਰਸ ਨੇ ਉਹ ਪਾਰਟੀਆਂ ਦੇ ਬੁਲਾਰੇ ਬਣ ਕੇ ਰਹਿ ਗਏ ਨੇ। ਸਵਾਲ ਪੁੱਛਣ ਵਾਲਿਆਂ ਨੂੰ ਦਿਖਾਇਆ ਨਹੀਂ ਜਾਂਦਾ ਜਾਂ ਵਿਗਿਆਪਨ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ। ਕੁਝ ਆંકੜੇ ਨੇ ਸਾਡੇ ਕੋਲ, ਜਿਸ ਅਨੁਸਾਰ 2017 ਤੋਂ ਲੈ ਕੇ ਹੁਣ ਤੱਕ ਮੋਦੀ ਸਰਕਾਰ ਜਾਂ BJP ਸਰਕਾਰ ਖਿਲਾਫ ਰਿਪਬਲਿਕ ਭਾਰਤ ਤੇ ਹੁਣ ਤੱਕ ਬਸ 17 ਡਿਬੇਟ ਹੋਈਆਂ, ਅਤੇ ਉਹਨਾਂ ਸਾਰੀਆਂ ਡਿਬੇਟਾਂ 'ਚ ਕਿਸੇ ਇੱਕ 'ਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਨਹੀਂ ਹੋਈ। ਸੋਚੋ, ਵਿਰੋਧੀ ਪਾਰਟੀਆਂ ਖਿਲਾਫ 542 ਡਿਬੇਟਾਂ ਅਤੇ ਮੋਦੀ ਸਰਕਾਰ ਖਿਲਾਫ ਸਿਰਫ 17। ਕਿਸ ਤਰ੍ਹਾਂ ਦੇ ਲੋਕਤੰਤਰ ਦੀ ਉਮੀਦ ਕਰ ਰਹੇ ਹੋ ਤੁਸੀਂ? ਹੁਣ ਅਰਨਵ ਗੋਸਵਾਮੀ ਪੂਰੀ ਤਰ੍ਹਾਂ ਮੁਸੀਬਤ ਵਿੱਚ ਫਸ ਚੁੱਕਿਆ ਹੈ। ਨਾ ਤਾਂ ਉਹ ਇਨਕਾਰ ਕਰ ਸਕਦਾ ਹੈ ਅਤੇ ਨਾ ਹੀ ਇਜ਼ਹਾਰ, ਕਿਉਂਕਿ ਜੇ ਉਹ ਇਨਕਾਰ ਕਰਦਾ ਹੈ ਤਾਂ ਉਸ ਦੀ ਜਾਂਚ ਹੋਵੇਗੀ, ਅਤੇ ਆਪਣੀ ਗਲਤੀ ਮੰਨਦਾ ਹੈ ਤਾਂ ਅਰਨਵ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਇਸ ਤੋਂ ਬਚਣ ਦੀ ਅਰਨਵ ਕੱਢ ਰਿਹਾ ਹੈ ਵਿਚਾਲੇ ਦਾ ਰਾਸਤਾ। ਜਿਸ ਤਰ੍ਹਾਂ ਉਹ ਹਮੇਸ਼ਾ ਕਰਦਾ ਹੈ, ਉਸ ਤਰ੍ਹਾਂ ਹੁਣ ਵੀ ਕਰ ਰਿਹਾ ਹੈ। ਸਭ ਕੁਝ ਪਾਕਿਸਤਾਨ ਦੇ ਉੱਤੇ ਸੁੱਟ ਰਿਹਾ ਹੈ। ਅਰਨਵ ਦੀ ਪਾਰਥਵ ਦਾਸ ਗੁਪਤਾ ਨਾਲ ਕੀਤੀ ਚੈਟ 'ਚ ਇੱਕ ਨਾਮ NM ਅਤੇ AH ਦਾ ਵੀ ਹੈ। ਅਰਨਵ ਨੂੰ ਦੱਸਣਾ ਚਾਹੀਦਾ ਹੈ ਕਿ NM ਅਤੇ AH ਕੌਣ ਨੇ ਅਤੇ ਇਸ ਸਭ 'ਚ ਉਹਨਾਂ ਦੀ ਕੀ ਭੂਮਿਕਾ ਹੈ। ਜਨਤਾ ਪੜ੍ਹੀ ਲਿਖੀ ਹੈ ਅਤੇ ਉਹ ਵੀ ਜਾਣਦੇ ਹਨ ਕਿ NM ਅਤੇ AH ਭਾਰਤ ਦੇ ਦੋ ਚਿਹਰਿਆਂ ਦੇ ਨਾਮ ਨੇ, ਜਿਨ੍ਹਾਂ ਕਰਕੇ ਅੱਜ ਸਾਰੇ ਕਿਸਾਨ ਦਿੱਲੀ 'ਚ ਰੁਲ ਰਹੇ ਨੇ। ਭਾਰਤ ਦੀ ਅਰਥ ਵਿਵਸਥਾ ਡਿੱਗ ਰਹੀ ਆ। ਚੀਨ ਭਾਰਤ 'ਚ ਪਿੰਡ ਬਣਾ ਰਿਹਾ ਹੈ। ਹੁਣ ਤਾਂ ਅਰਨਵ ਗੋਸਵਾਮੀ ਨੂੰ ਆਪਣਾ ਸੱਚ ਕਬੂਲ ਕਰ ਲੈਣਾ ਚਾਹੀਦਾ ਹੈ ਅਤੇ ਆਪਣੀ ਅੱਗੇ ਦੀ ਜ਼ਿੰਦਗੀ ਆਪਣੇ ਦੋ ਦੋਸਤਾਂ NM ਅਤੇ AH ਨਾਲ ਰਾਜੀ ਖੁਸ਼ੀ ਜੇਲ੍ਹ 'ਚ ਹੀ ਕੱਟਣੀ ਚਾਹੀਦੀ ਹੈ। ਆਖਰ 'ਚ ਦੁਨੀਆ ਜਿੱਤਣ ਵਾਲੇ ਮਹਾਨ ਸਿਕੰਦਰ ਦੀਆਂ ਲਾਈਨਾਂ ਦਾ ਜ਼ਿਕਰ ਕਰਾਂਗੇ, ਜਿਸ ਵਿੱਚ ਸਾਰੀ ਦੁਨੀਆ ਜਿੱਤਣ ਵਾਲੇ ਮਹਾਨ ਸਿਕੰਦਰ ਨੇ ਕਿਹਾ ਸੀ ਕਿ ਜਦੋਂ ਮੈਂ ਮਰਾਂ ਤਾਂ ਮੇਰੇ ਦੋਨਾਂ ਹੱਥ ਨੂੰ ਮੇਰੀ ਅਰਥੀ 'ਚੋਂ ਬਾਹਰ ਰੱਖਣਾ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਸਾਰੀ ਦੁਨੀਆ ਜਿੱਤਣ ਵਾਲਾ ਵੀ ਇਸ ਧਰਤੀ ਤੋਂ ਖਾਲੀ ਹੱਥ ਜਾ ਰਿਹਾ ਹੈ। ਤੁਹਾਡਾ ਵੀ ਇਹੀ ਹਾਲ ਹੋਣਾ। ਲੈ ਕੇ ਇੱਥੋਂ ਕਿਸੇ ਨੇ ਕੁਝ ਨਹੀਂ ਜਾਣਾ, ਸਭ ਕੁਝ ਇੱਥੇ ਹੀ ਰਹਿ ਜਾਵੇਗਾ। ਇੰਨੇ ਦੋਗਲੇ ਤੇ ਦੇਸ਼ ਨੂੰ ਵੇਚਣ ਵਾਲੇ ਕੰਮ ਇਹ ਲੋਕ ਕਿਸ ਤਰ੍ਹਾਂ ਕਰ ਲੈਂਦੇ ਨੇ? ਪੁੱਛਦਾ ਹੈ ਭਾਰਤ। ਅਰਨਵ ਦੇ ਦੋ ਅੱਗੇ ਅਰਨਵ, ਅਰਨਵ ਦੇ ਦੋ ਪਿੱਛੇ ਅਰਨਵ, ਅਰਨਵ ਦੇ ਦੋ ਖੱਬੇ ਅਰਨਵ, ਅਰਨਵ ਦੇ ਦੋ ਸੱਜੇ ਅਰਨਵ। ਬੋਲੋ ਕਿੰਨੇ ਅਰਨਵ? ਪੁੱਛਦਾ ਹੈ ਭਾਰਤ। TRP ਦਾ ਖੇਲ ਜਦੋਂ ਇਹ ਸ਼ੁਰੂ ਹੋਇਆ ਤਾਂ ਅਰਨਵ ਇਕੱਲਾ ਹੀ ਸੀ। ਬਾਅਦ 'ਚ ਆ ਜਾਂਦੇ ਨੇ ਬਾਰਕ ਦੇ ਸਾਬਕਾ CEO ਪਾਰਥਵ ਦਾਸ ਗੁਪਤਾ। ਫਿਰ ਸ਼ੁਰੂ ਹੁੰਦਾ ਹੈ TRP ਦਾ ਸਭ ਤੋਂ ਵੱਡਾ ਖੇਲ, ਜਿਸ ਖੇਡ ਦਾ ਸਭ ਤੋਂ ਮੁੱਖ ਖਿਡਾਰੀ ਸੀ ਅਰਨਵ ਗੋਸਵਾਮੀ ਅਤੇ ਪਾਰਥਵ ਦਾਸ ਗੁਪਤਾ। TRP ਤੋਂ ਲੈ ਕੇ ਬਾਲਾਕੋਟ ਸਟ੍ਰਾਈਕ ਤੱਕ ਇਹਨਾਂ ਦੋਨਾਂ ਵਿਚਕਾਰ ਬਹੁਤ ਸਾਰੀ ਚੈਟ ਹੋਈ। ਮੁੰਬਈ ਪੁਲਿਸ ਵੱਲੋਂ ਜਾਰੀ ਕੀਤੀ ਗਈ ਚਾਰਜ ਸ਼ੀਟ ਉਹ ਸਭ ਬਿਆਨ ਕਰ ਰਹੀ ਹੈ, ਜਿਸ ਵਿੱਚ 3000 ਦੇ ਕਰੀਬ ਪੰਨਿਆਂ ਦੀ WhatsApp ਚੈਟ ਵੀ ਸ਼ਾਮਿਲ ਹੈ। ਕਿਸ ਤਰ੍ਹਾਂ ਇੱਕ ਪੱਤਰਕਾਰ ਕੋਲ ਅਜਿਹੀਆਂ ਜਾਣਕਾਰੀਆਂ ਆ ਜਾਂਦੀਆਂ ਨੇ। ਅਰਨਵ ਗੋਸਵਾਮੀ ਦਾ ਬਿਆਨ ਆਉਂਦਾ ਹੈ ਕਿ ਬਾਲਾਕੋਟ 에ਅਰ ਸਟ੍ਰਾਈਕ ਦੀ ਜਾਣਕਾਰੀਆਂ ਉਦੋਂ ਆਮ ਗੱਲ ਸੀ, ਪਰ ਤੁਹਾਨੂੰ PMO ਦੀਆਂ ਸਾਰੀਆਂ ਜਾਣਕਾਰੀਆਂ ਕਿੱਦਾਂ ਨੇ ਅਰਨਵ ਜੀ? ਇਹ ਦੇਸ਼ ਜਾਣਨਾ ਚਾਹੁੰਦਾ ਹੈ। ਅਰਨਵ ਗੋਸਵਾਮੀ ਪਾਰਥਵ ਦਾਸ ਗੁਪਤਾ ਨੂੰ ਕਹਿ ਰਹੇ ਸੀ ਕਿ ਮੈਂ ਤੁਹਾਡਾ PMO 'ਚ ਜੁਗਾੜ ਕਰਵਾ ਦੂੰਗਾ, ਅਤੇ ਪਾਰਥਵ ਦਾਸ ਗੁਪਤਾ ਕਹਿ ਰਿਹਾ ਸੀ ਕਿ ਮੈਂ ਬਾਰਕ ਤੋਂ ਥੱਕ ਚੁੱਕਿਆ ਹਾਂ, ਤੁਸੀਂ ਗੱਲ ਕਰੋ। ਅਸੀਂ ਸਭ ਨੂੰ ਸਲਾਹ ਦਿੰਦੇ ਹਾਂ ਕਿ TV ਦੇਖਣਾ ਬੰਦ ਕਰ ਦੇਵੋ, ਕਿਉਂਕਿ TV ਚੈਨਲ ਬਸ ਇੱਕ ਵਿਗਿਆਪਨਾਂ ਦਾ ਅੱਡਾ ਬਣ ਕੇ ਰਹਿ ਗਏ ਨੇ, ਅਤੇ ਜੋ ਵੀ TV ਐਂਕਰਸ ਨੇ ਉਹ ਪਾਰਟੀਆਂ ਦੇ ਬੁਲਾਰੇ ਬਣ ਕੇ ਰਹਿ ਗਏ ਨੇ। ਸਵਾਲ ਪੁੱਛਣ ਵਾਲਿਆਂ ਨੂੰ ਦਿਖਾਇਆ ਨਹੀਂ ਜਾਂਦਾ ਜਾਂ ਵਿਗਿਆਪਨ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ। ਕੁਝ ਆંકੜੇ ਨੇ ਸਾਡੇ ਕੋਲ, ਜਿਸ ਅਨੁਸਾਰ 2017 ਤੋਂ ਲੈ ਕੇ ਹੁਣ ਤੱਕ ਮੋਦੀ ਸਰਕਾਰ ਜਾਂ BJP ਸਰਕਾਰ ਖਿਲਾਫ ਰਿਪਬਲਿਕ ਭਾਰਤ ਤੇ ਹੁਣ ਤੱਕ ਬਸ 17 ਡਿਬੇਟ ਹੋਈਆਂ, ਅਤੇ ਉਹਨਾਂ ਸਾਰੀਆਂ ਡਿਬੇਟਾਂ 'ਚ ਕਿਸੇ ਇੱਕ 'ਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਨਹੀਂ ਹੋਈ। ਸੋਚੋ, ਵਿਰੋਧੀ ਪਾਰਟੀਆਂ ਖਿਲਾਫ 542 ਡਿਬੇਟਾਂ ਅਤੇ ਮੋਦੀ ਸਰਕਾਰ ਖਿਲਾਫ ਸਿਰਫ 17।
ਕਿਸ ਤਰ੍ਹਾਂ ਦੇ ਲੋਕਤੰਤਰ ਦੀ ਉਮੀਦ ਕਰ ਰਹੇ ਹੋ ਤੁਸੀਂ? ਹੁਣ ਅਰਨਬ ਗੋਸਵਾਮੀ ਪੂਰੀ ਤਰ੍ਹਾਂ ਮੁਸੀਬਤ ਵਿੱਚ ਫਸ ਚੁੱਕਿਆ ਹੈ। ਨਾ ਤਾਂ ਉਹ ਇਨਕਾਰ ਕਰ ਸਕਦਾ ਹੈ ਅਤੇ ਨਾ ਹੀ ਇਜ਼ਹਾਰ, ਕਿਉਂਕਿ ਜੇ ਉਹ ਇਨਕਾਰ ਕਰਦਾ ਹੈ ਤਾਂ ਉਸ ਦੀ ਜਾਂਚ ਹੋਵੇਗੀ ਅਤੇ ਆਪਣੀ ਗਲਤੀ ਮੰਨਦਾ ਹੈ ਤਾਂ ਅਰਨਬ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਇਸ ਤੋਂ ਬਚਣ ਦੀ ਅਰਨਬ ਕੱਢ ਰਿਹਾ ਹੈ ਵਿਚਾਲੇ ਦਾ ਰਸਤਾ। ਜਿਸ ਤਰ੍ਹਾਂ ਉਹ ਹਮੇਸ਼ਾ ਕਰਦਾ ਹੈ ਉਸ ਤਰ੍ਹਾਂ ਹੁਣ ਵੀ ਕਰ ਰਿਹਾ ਹੈ। ਸਭ ਕੁਝ ਪਾਕਿਸਤਾਨ ਦੇ ਉੱਤੇ ਸੁੱਟ ਰਿਹਾ ਹੈ। ਅਰਨਬ ਦੀ ਪਾਰਥਵ ਦਾਸ ਗੁਪਤਾ ਨਾਲ ਕੀਤੀ ਚੈਟ 'ਚ ਇੱਕ ਨਾਮ NM ਅਤੇ AH ਦਾ ਵੀ ਹੈ। ਅਰਨਬ ਨੂੰ ਦੱਸਣਾ ਚਾਹੀਦਾ ਹੈ ਕਿ NM ਅਤੇ AH ਕੌਣ ਨੇ ਅਤੇ ਇਸ ਸਭ 'ਚ ਉਹਨਾਂ ਦੀ ਕੀ ਭੂਮਿਕਾ ਹੈ। ਜਨਤਾ ਪੜ੍ਹੀ ਲਿਖੀ ਹੈ ਅਤੇ ਉਹ ਵੀ ਜਾਣਦੇ ਹਨ ਕਿ NM ਅਤੇ AH ਭਾਰਤ ਦੇ ਦੋ ਚਿਹਰਿਆਂ ਦੇ ਨਾਮ ਨੇ, ਜਿਨ੍ਹਾਂ ਕਰਕੇ ਅੱਜ ਸਾਰੇ ਕਿਸਾਨ ਦਿੱਲੀ 'ਚ ਰੁਲ ਰਹੇ ਨੇ। ਭਾਰਤ ਦੀ ਅਰਥ ਵਿਵਸਥਾ ਡਿੱਗ ਰਹੀ ਆ। ਚੀਨ ਭਾਰਤ 'ਚ ਪਿੰਡ ਬਣਾ ਰਿਹਾ ਹੈ। ਹੁਣ ਤਾਂ ਅਰਨਬ ਗੋਸਵਾਮੀ ਨੂੰ ਆਪਣਾ ਸੱਚ ਕਬੂਲ ਕਰ ਲੈਣਾ ਚਾਹੀਦਾ ਹੈ ਅਤੇ ਆਪਣੀ ਅੱਗੇ ਦੀ ਜ਼ਿੰਦਗੀ ਆਪਣੇ ਦੋ ਦੋਸਤਾਂ NM ਅਤੇ AH ਨਾਲ ਰਾਜੀ ਖੁਸ਼ੀ ਜੇਲ੍ਹ 'ਚ ਹੀ ਕੱਟਣੀ ਚਾਹੀਦੀ ਹੈ। ਆਖਰ 'ਚ ਦੁਨੀਆ ਜਿੱਤਣ ਵਾਲੇ ਮਹਾਨ ਸਿਕੰਦਰ ਦੀਆਂ ਲਾਈਨਾਂ ਦਾ ਜ਼ਿਕਰ ਕਰਾਂਗੇ, ਜਿਸ ਵਿੱਚ ਸਾਰੀ ਦੁਨੀਆ ਜਿੱਤਣ ਵਾਲੇ ਮਹਾਨ ਸਿਕੰਦਰ ਨੇ ਕਿਹਾ ਸੀ ਕਿ ਜਦੋਂ ਮੈਂ ਮਰਾਂ ਤਾਂ ਮੇਰੇ ਦੋਨਾਂ ਹੱਥ ਨੂੰ ਮੇਰੀ ਅਰਥੀ 'ਚੋਂ ਬਾਹਰ ਰੱਖਣਾ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਸਾਰੀ ਦੁਨੀਆ ਜਿੱਤਣ ਵਾਲਾ ਵੀ ਇਸ ਧਰਤੀ ਤੋਂ ਖਾਲੀ ਹੱਥ ਜਾ ਰਿਹਾ ਹੈ। ਤੁਹਾਡਾ ਵੀ ਇਹੀ ਹਾਲ ਹੋਣਾ। ਲੈ ਕੇ ਇੱਥੋਂ ਕਿਸੇ ਨੇ ਕੁਝ ਨਹੀਂ ਜਾਣਾ, ਸਭ ਕੁਝ ਇੱਥੇ ਹੀ ਰਹਿ ਜਾਵੇਗਾ। ਇੰਨੇ ਦੋਗਲੇ ਤੇ ਦੇਸ਼ ਨੂੰ ਵੇਚਣ ਵਾਲੇ ਕੰਮ ਇਹ ਲੋਕ ਕਿਸ ਤਰ੍ਹਾਂ ਕਰ ਲੈਂਦੇ ਨੇ, ਪੁੱਛਦਾ ਹੈ ਭਾਰਤ।